दरमद ठाडे दरबार तुझ बिना सुरत करे को मेरी दर्शन दीजै खोल किवाड़ सगल द्वार को छाड़ के गयो तुहारो द्वार बाहें गहे की लाज आस गोबिंद दास तुहार बाणी गुरु गुरु है बाणी विच बाणी अमृत गुर बाणी कहे सेवक जन माने परतख गुरु निस्तारे। सतनाम श्री वाहिगुरु साहिब जी। असुन प्रेम उमाहड़ा क्यों मिलिया हर जाए। धन धन सतगुरु चवर छतर तख्त सिंहासन के मालिक गुरता गद्दी ते विराजमान राजान राज पानान पान देवान देव उपमा महान जियों के मालिक शहनशाह पिता वाली कुल आलम सर्ब कायनात सर्ब सृष्टि दे रचनायक दसां ही पातशाहियों जी के आत्मक स्वरूप गुरता गद्दी ते विराजमान गुरु धन धन सतगुरु श्री गुरु ग्रंथ साहिब जी महाराज जिन्हां दी अपार बख्शिश रहमत दे सदका आप सरबत संगतां इकत्र हो करके अमृत वेले दीवाना अंदर हाजरियां भर रहे हो। बड़े प्रेम सहित पंज बाणियां दे जाप उपरंत सतगुरु जियां ने प्रकाशमान हो करके खुले दर्शन दीदार दिते हैं। आप सरबत संगतां दर्शन दीदार कर रहे हो। पावन हुक्मनामे साहिब जियां दी दात सतगुरु जियां ने बख्शिश कीती। उपरंत बाबा जी पासों आप जी पावन पवित्र गुरबाणी दी विचार सरवण कर रहे सी। और जो अज संगरांद दा महीना है, असो दी संगरांद दे महीने दा मूल पाठ आप जियां ने बाबा जी पासों सरवण कीता है। आओ मन चित बिरतियां नूं गुरु चरना पास टिकाईए। गुरु चरना पास अपने मन नूं तन नूं सौंप दईए ताकि कुछ ना कुछ साडे पल्ले पै सके। जिन्ना तक साडा तन और मन गुरु दे चरना पास ना जुड़े उन्ना तक सानू किसी भी विचार की समझ नहीं पैंदी। क्योंकि महाराज जियां ने गुरबाणी अंदर ये वचन किया है कि सतगुरु जियां दी गुरबाणी नूं सुनन वास्ते गुरबाणी नूं विचारण वास्ते तू सावधान हो। सावधान हो करके एकाग्र हो करके सतगुरु जियां दी गुरबाणी नूं पढ़ सुन। तेरा जीवन जिहड़ा है वो सफला हो सकेगा। आओ बड़े प्रेम सहित सरबत संगतां धन सतगुरु श्री गुरु ग्रंथ साहिब जी महाराज जियां दे चरना कमलों पास
ਹਾਜ਼ਰੀ ਲਗਵਾਉਂਦਿਆਂ ਹੋਇਆਂ ਪ੍ਰੇਮ ਸਹਿਤ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਭਾਦਰੋਂ ਦਾ ਮਹੀਨਾ ਸਤਿਗੁਰੂ ਜੀਆਂ ਦੇ ਭਾਣੇ ਅੰਦਰ ਬਤੀਤ ਹੋਇਆ ਹੈ। ਸਤਿਗੁਰੂ ਜੀਆਂ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ, ਜਿਸ ਨੂੰ ਆਪਣੀ ਬੋਲੀ ਵਿੱਚ ਆਪਾਂ ਅਸੂ ਸ਼ਬਦ ਵਰਤਦੇ ਹਾਂ, ਸਤਿਗੁਰੂ ਜੀਆਂ ਨੇ ਗੁਰਬਾਣੀ ਅੰਦਰ ਅਸੁਨ ਸ਼ਬਦ ਵਰਤਿਆ ਹੈ। ਇਸ ਮਹੀਨੇ ਦੀ ਪ੍ਰਾਰੰਭਤਾ ਕਰਦਿਆਂ ਹੋਇਆਂ ਸਤਿਗੁਰੂ ਜੀ ਸਾਨੂੰ ਸਭਨਾ ਜੀਵਾਂ ਨੂੰ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦਿਆਂ ਹੋਇਆਂ, ਗੁਰੂ ਕੀ ਪਿਆਰੀ ਸੰਗਤ ਦੀ ਮਹਿਮਾ ਦੱਸਦਿਆਂ ਹੋਇਆਂ ਬੜੇ ਪ੍ਰੇਮ ਸਹਿਤ ਇਹ ਉਪਦੇਸ਼ ਦੇ ਰਹੇ ਨੇ। ਆਓ ਸਰਵਣ ਕਰਨਾ ਕਰੀਏ ਜੀ। ਅਸੁਨ ਪ੍ਰੇਮ ਉਮਾਹੜਾ, ਕਿਉ ਮਿਲਿਆ ਹਰ ਜਾਏ। ਅਸੁਣ ਦੋ ਸ਼ਬਦਾਂ ਦਾ ਸੁਮੇਲ ਹੈ ਸਾਧ ਸੰਗਤ। ਇਸ ਨੂੰ ਵਿਚਾਰਨ ਦੇ ਵਾਸਤੇ ਵਿਦਵਾਨਾਂ ਨੇ ਬਹੁਤ ਅਰਥ ਕੀਤੇ। ਦੋ ਅਰਥ ਮੈਂ ਆਪ ਜੀਆਂ ਦੇ ਸਨਮੁਖ ਰੱਖਾਂਗਾ। ਪਹਿਲਾ ਅਰਥ ਅਸੁਣ ਦਾ ਇਹ ਹੈ, ਆ ਤੇ ਸੁਣ। ਇਹਨਾਂ ਦੋਹਾਂ ਦਾ ਸੁਮੇਲ ਬਣਦਾ ਹੈ। ਆ ਤੇ ਸੁਣ ਪਰਮਾਤਮਾ ਵਾਹਿਗੁਰੂ ਜੀਆਂ ਦੀ ਵਡਿਆਈ ਨੂੰ ਗੁਰੂ ਕੀ ਸੰਗਤ ਵਿੱਚ ਆਣ ਕਰਕੇ ਸੁਣਨਾ ਕਰ। ਜੇਕਰ ਸਤਿਗੁਰੂ ਜੀਆਂ ਦੀ ਪਾਵਨ ਵਡਿਆਈ ਨੂੰ ਸੁਣੇਗਾ ਤੇ ਤੇਰੇ ਹਿਰਦੇ ਅੰਦਰ ਪ੍ਰੇਮ ਦਾ ਉਮਾਹੜਾ ਉਛਾਲਾ ਪੈਦਾ ਹੋਵੇਗਾ, ਕਿਉਂਕਿ ਪਰਮਾਤਮਾ ਵਾਹਿਗੁਰੂ ਜੀਆਂ ਦੀ ਗੁਰਬਾਣੀ ਨੂੰ ਸੁਣਨ ਦੇ ਨਾਲ, ਪਰਮਾਤਮਾ ਵਾਹਿਗੁਰੂ ਜੀਆਂ ਦੀ ਸਿਫਤ ਨੂੰ ਸੁਣਨ ਦੇ ਨਾਲ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਪ੍ਰਾਪਤੀ ਹੁੰਦੀ ਹੈ। ਔਰ ਦੂਸਰੇ ਅਰਥ ਵਿਦਵਾਨਾਂ ਨੇ ਇਹ ਕੀਤੇ ਹਨ, ਜੇਕਰ ਤੂੰ ਪਰਮਾਤਮਾ ਦੀ ਵਡਿਆਈ ਗੁਰੂ ਕੀ ਸੰਗਤ ਵਿੱਚ ਆਣ ਕਰਕੇ ਭਾਈ ਸਰਵਣ ਕਰੇਗਾ ਤੇ ਫਿਰ ਆਸਾ ਸੁਣ, ਜਿੰਨੀਆਂ ਤੇਰੇ ਮਨ ਦੇ ਵਿੱਚ ਆਸ਼ਾਵਾਂ ਹੋਣਗੀਆਂ ਇਹ ਸੰਸਾਰ ਨੂੰ ਜਿੱਤਣ ਦੇ ਵਾਸਤੇ, ਸੰਸਾਰ ਦੇ ਪਦਾਰਥਾਂ ਤੇ ਮਾਇਆ ਦੇ ਵਾਸਤੇ, ਸਤਿਗੁਰੂ ਜੀਆਂ ਦੀ ਪ੍ਰੇਮ ਰੂਪੀ ਵਡਿਆਈ ਸੁਣਨ ਦੇ ਨਾਲ ਤੇਰੀਆਂ ਜੀਵਤ ਭਾਵ ਆਸਾਂ ਜਿਹੜੀਆਂ ਹਨ ਉਹ ਸੁੰਨ ਹੋ ਜਾਣਗੀਆਂ, ਭਾਵ ਖਤਮ ਹੋ ਜਾਣਗੀਆਂ। ਸਤਿਗੁਰੂ ਜੀਆਂ ਦੀ ਵਡਿਆਈ ਨੂੰ, ਉਪਦੇਸ਼ ਨੂੰ ਸੁਣਨਾ ਕਰ। ਇਸ ਮਹੀਨੇ ਦਾ ਉਪਦੇਸ਼ ਸੁਣਨਾ ਕਰ। ਸਤਿਗੁਰੂ ਜੀਆਂ ਦੀ ਗੁਰਬਾਣੀ ਪੜ੍ਹੀਏ ਤੇ ਵਾਰ-ਵਾਰ ਸਤਿਗੁਰੂ ਜੀਆਂ ਨੇ ਸੁਣਨ ਦਾ ਜ਼ਿਕਰ ਕੀਤਾ ਹੈ ਕਿ ਵਾਰ-ਵਾਰ ਉਸ ਪਰਮਾਤਮਾ ਦੀ ਵਡਿਆਈ ਆਪਣੇ ਕੰਨਾਂ ਦੇ ਨਾਲ ਸੁਣਨਾ ਕਰ। ਸ੍ਰੀ ਸੁਖਮਨੀ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਜਾਪ ਆਪ ਸਰਬੱਤ ਸੰਗਤਾਂ ਨੇ ਸੰਗਤੀ ਰੂਪ ਦੇ ਅੰਦਰ ਕੀਤਾ ਹੈ। ਆਪ ਜੀ ਪੜ੍ਹ ਕਰਕੇ ਹਟੇ ਹੋ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਹੇ ਭਾਈ, ਜਿਹੜਾ ਪ੍ਰਮਾਤਮਾ ਵਾਹਿਗੁਰੂ ਪੂਰਾ ਹੈ, ਜਿਹੜਾ ਸਮਰੱਥ ਹੈ, ਉਸ ਸੱਚੇ ਸਤਿਗੁਰੂ ਜੀਆਂ ਦਾ ਉਪਦੇਸ਼ ਸੁਣਨਾ ਕਰ। ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਐਸੇ ਉਸ ਪ੍ਰਮਾਤਮਾ ਪਾਰ ਬ੍ਰਹਮ ਵਾਹਿਗੁਰੂ ਜਿਹੜਾ ਪਾਰਾਵਾਰ ਤੋਂ ਪਰੇ ਹੈ, ਉਸ ਪ੍ਰਮਾਤਮਾ ਵਾਹਿਗੁਰੂ ਜੀਆਂ ਨੂੰ ਆਪਣੇ ਨਿਕਟ ਵਸਦਾ ਜਾਣ, ਹਰ ਜਰੇ ਜਰੇ ਵਿੱਚ ਵਸਦਾ ਜਾਣ। ਉਹਦਾ ਉਪਦੇਸ਼ ਆਪਣੇ ਇਹਨਾਂ ਕੰਨਾਂ ਦੇ ਨਾਲ ਸੁਣਨਾ ਕਰ। ਆਪਾਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੰਧਿਆ ਵੇਲੇ ਪੜ੍ਹਦੇ ਹਾਂ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਉੱਥੇ ਵੀ ਸਤਿਗੁਰੂ ਜੀਆਂ ਨੇ ਇਹੀ ਯਤਨ ਕੀਤਾ ਹੈ ਕਿ ਹੇ ਗੁਰਸਿੱਖਾ, ਜਦੋਂ ਤੂੰ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਸਰਵਣ ਕਰੇਗਾ, ਤੇਰੇ ਦੁੱਖ ਕਲੇਸ਼ ਆਦਿਕ ਸਾਰੇ ਜਿਹੜੇ ਹਨ ਉਹ ਤੇਰੇ ਲੱਥ ਜਾਣਗੇ, ਖਤਮ ਹੋ ਜਾਣਗੇ, ਜੇਕਰ ਤੂੰ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਓਟ ਆਸਰਾ ਤੱਕੇਗਾ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਕਹਿੰਦੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਐਸੀ ਪ੍ਰਮਾਤਮਾ ਦੀ ਅੰਮ੍ਰਿਤ ਰੂਪੀ ਗੁਰਬਾਣੀ ਨੂੰ ਸੁਣੇਗਾ
ਤੇ ਸੁਣ ਕਰਕੇ ਕੀ ਹੋਵੇਗਾ, ਤੇਰੀ ਪਰਮ ਗਤੀ ਹੋ ਜਾਵੇਗੀ। ਇਸ ਕਰਕੇ ਉਸ ਪ੍ਰਮਾਤਮਾ ਵਾਹਿਗੁਰੂ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਇਹਨਾਂ ਕੰਨਾਂ ਦੇ ਨਾਲ ਸੁਣਨਾ ਕਰ। ਸਾਧ ਸੰਗਤ ਜੀ, ਗੁਰਬਾਣੀ ਸੁਣਨ ਦੇ ਨਾਲ ਆਪ ਸਰਬੱਤ ਸੰਗਤਾਂ ਸ੍ਰੀ ਜਪਜੀ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਪੜ੍ਹਦੇ ਹੋ। ਸਤਿਗੁਰ ਕਹਿੰਦੇ, ਸੁਣਿਆ ਸਤ ਸੰਤੋਖ ਗਿਆਨ। ਕਹਿੰਦੇ, ਹੇ ਭਾਈ, ਪ੍ਰਮਾਤਮਾ ਦੇ ਉਪਦੇਸ਼ ਨੂੰ, ਪ੍ਰਮਾਤਮਾ ਦੀ ਵਡਿਆਈ, ਪ੍ਰਮਾਤਮਾ ਦੀ ਸਿਫਤ ਨੂੰ ਸੁਣੇਗਾ ਤੇ ਕੀ ਹੋਵੇਗਾ, ਸਤ ਸੰਤੋਖ ਗਿਆਨ। ਕੀ ਕਰਨ ਦੇ ਲਈ? ਸੁਣਨ ਦੇ ਨਾਲ। ਸੁਣਿਆ ਸਤ ਸੰਤੋਖ ਗਿਆਨ, ਤੇਰੀ ਜ਼ਿੰਦਗੀ ਦੇ ਅੰਦਰ ਸਤ ਆ ਜਾਵੇਗਾ। ਦਾਨ ਕਰਨ ਦਾ ਤੇਰੇ ਹਿਰਦੇ ਅੰਦਰ ਪ੍ਰੇਮ ਆਵੇਗਾ। ਤੇਰੇ ਹਿਰਦੇ ਅੰਦਰ ਭਾਈ ਗੁਰੂ ਕਿਰਪਾ ਕਰੇ ਸੰਤੋਖ ਆ ਜਾਵੇਗਾ। ਤੇਰੇ ਹਿਰਦੇ ਅੰਦਰ ਗਿਆਨ ਜਿਹੜਾ ਹੈ ਉਹ ਪੈਦਾ ਹੋ ਜਾਵੇਗਾ। ਗੁਰੂ ਕੀ ਪਾਵਨ ਪਵਿੱਤਰ ਗੁਰਬਾਣੀ ਦਾ ਜਦੋਂ ਗਿਆਨ ਪੈਦਾ ਹੋ ਜਾਵੇ, ਫਿਰ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਫਿਰ ਜਿੰਨੇ ਅਗਿਆਨਤਾ ਦੇ ਅੰਧੇਰੇ ਹਨ ਉਹ ਸਾਰੇ ਖਤਮ ਹੋ ਜਾਂਦੇ ਹਨ ਜਦੋਂ ਗਿਆਨ ਰੂਪੀ ਸੁਰਮਾ ਜਿਹੜਾ ਹੈ ਗੁਰੂ ਬਖਸ਼ ਦਿੰਦਾ ਹੈ। ਸਤਿਗੁਰ ਕਹਿੰਦੇ, ਸੁਣਨ ਦੇ ਨਾਲ ਪਰਮਾਤਮਾ ਦੀ ਵਡਿਆਈ, ਇਹਨਾਂ ਕੰਨਾਂ ਦੇ ਨਾਲ ਸੁਣਨ ਦੇ ਨਾਲ ਸਤ ਸੰਤੋਖ ਤੇ ਗਿਆਨ ਤੇਰੇ ਹਿਰਦੇ ਵਿੱਚ ਪੈ ਜਾਵੇਗਾ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ। ਫਿਰ ਸਤਿਗੁਰੂ ਜੀ ਕਹਿਣ ਲੱਗੇ, 68 ਤੀਰਥਾਂ ਦਾ ਇਸ਼ਨਾਨ। ਪਰਮਾਤਮਾ ਦੀ ਵਡਿਆਈ ਸੁਣਨ ਦੇ ਨਾਲ ਤੈਨੂੰ ਘਰ ਦੇ ਵਿੱਚ ਬੈਠਿਆਂ, ਤੈਨੂੰ ਸੰਗਤ ਦੇ ਵਿੱਚ ਬੈਠਿਆਂ 68 ਤੀਰਥਾਂ ਦਾ ਇਸ਼ਨਾਨ ਹੋ ਜਾਵੇਗਾ, ਕੇਵਲ ਸਤਿਗੁਰੂ ਜੀਆਂ ਦੀ ਗੁਰਬਾਣੀ ਸੁਣਨ ਦੇ ਨਾਲ। ਸੁਣਿਆ 68 ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੇ ਸਹਿਜ ਧਿਆਨ। ਸਤਿਗੁਰੂ ਜੀ ਕਹਿੰਦੇ, ਜੇਕਰ ਤੂੰ ਪਰਮਾਤਮਾ ਦੀ ਵਡਿਆਈ ਸੁਣੇਗਾ, ਭਾਵੇਂ ਜਿੰਨੇ ਮਰਜੀ ਪੜ ਪੜ ਕਰਕੇ ਗਿਆਨ ਸ੍ਰੇਸ਼ਟ ਧਾਰਮਿਕ ਗ੍ਰੰਥ ਉਹਨਾਂ ਦੇ ਵਿੱਚ ਤੂੰ ਮਾਣ ਪਾਵੇਂਗਾ। ਕੇਵਲ ਸਤਿਗੁਰੂ ਜੀਆਂ ਦੀ ਵਡਿਆਈ ਤੇ ਪ੍ਰਮਾਤਮਾ ਦਾ ਨਾਮ ਇਹਨਾਂ ਕੰਨਾਂ ਦੇ ਨਾਲ ਸੁਣਨ ਦੇ ਨਾਲ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਫਿਰ ਕਹਿੰਦੇ, ਪ੍ਰਮਾਤਮਾ ਦੀ ਵਡਿਆਈ ਸੁਣਨ ਦੇ ਨਾਲ ਲਾਗੈ ਸਹਿਜ ਧਿਆਨ। ਤੇਰਾ ਸਹਿਜ, ਜਿਹਨੂੰ ਆਪਾਂ ਕਹਿ ਲਈਏ ਚੌਥਾ ਪਦ, ਰਜੋ ਸਤੋ ਤੇ ਤਮੋ, ਇਹਨਾਂ ਤੋਂ ਤਾਂ ਉੱਠ ਕਰਕੇ ਤੁਰਿਆ ਪਸਤਾ ਤੁਰਿਆ ਅਵਸਥਾ ਪਦ ਦੀ ਤੈਨੂੰ ਪ੍ਰਾਪਤੀ ਹੋ ਜਾਵੇਗੀ। ਤੇਰਾ ਮਨ ਸਹਿਜ ਆਤਮਿਕ ਅਡੋਲਤਾ ਦੇ ਵਿੱਚ ਆ ਜਾਵੇਗਾ। ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ। ਸਤਿਗੁਰੂ ਕਹਿਣ ਲੱਗੇ, ਉਸ ਪ੍ਰਮਾਤਮਾ ਦੇ ਸੇਵਕਾਂ ਦੇ ਅੰਦਰ, ਪ੍ਰਮਾਤਮਾ ਦੇ ਭਗਤਾਂ ਦੇ ਅੰਦਰ, ਹਿਰਦੇ ਅੰਦਰ ਸਦਾ ਵਾਸਤੇ ਖੇੜਾ ਹੈ, ਪ੍ਰੇਮ ਦਾ ਉਛਾਲਾ ਹੈ। ਸੁਣਿਆ ਦੁੱਖ ਪਾਪ ਕਾ ਨਾਸ। ਸਤਿਗੁਰੂ ਜੀ ਕਹਿਣ ਲੱਗੇ, ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਸੁਣਨ ਦੇ ਨਾਲ। ਅਸੁਣ ਪ੍ਰੇਮ ਉਮਾਹੜਾ, ਸਤਿਗੁਰੂ ਜੀਆਂ ਦੀ ਸਿਫਤ ਨੂੰ ਸੁਣ, ਤੇਰੇ ਹਿਰਦੇ ਅੰਦਰ ਪ੍ਰੇਮ ਦਾ ਭਾਰੀ ਉਮਾਹੜਾ, ਤੇਰੇ ਹਿਰਦੇ ਅੰਦਰ ਪ੍ਰੇਮ ਦਾ ਭਾਰੀ ਉਛਾਲਾ ਜਿਹੜਾ ਹੈ ਉਹ ਪ੍ਰਾਪਤ ਹੋਵੇਗਾ। ਸਾਧ ਸੰਗਤ ਜੀ, ਪ੍ਰੇਮ ਕੀ ਹੈ? ਜਿਹਨੂੰ ਆਪਾਂ ਦਿਨ ਰਾਤ ਯਾਦ ਕਰੀਏ, ਜਿਹਨੂੰ ਹਰ ਵੇਲੇ ਚੇਤੇ ਦੇ ਵਿੱਚ ਰੱਖੀਏ, ਜਿਹਦੀਆਂ ਹਰ ਵੇਲੇ ਬਾਤਾਂ ਪਾਈਏ, ਜਿਹਦੀਆਂ ਹਰ ਵੇਲੇ ਸਿਫਤਾਂ ਤੇ ਗੁਣ ਗਾਈਏ, ਉਹਨੂੰ ਕਿਹਾ ਜਾਂਦਾ ਹੈ ਜੀ ਪ੍ਰੇਮ। ਜਿਹਦੇ ਨਾਲ ਸਾਡਾ ਪ੍ਰੇਮ ਬਣ ਆਵੇ ਨਾ, ਪ੍ਰੇਮ ਸੱਚਾ ਹੋਵੇ ਤੇ ਕਦੇ ਵਾਸਤੇ ਵੀ ਟੁੱਟਦਾ ਨਹੀਂ। ਗੁਰੂ ਕਾ ਪ੍ਰੇਮ ਕੈਸਾ ਹੈ? ਜਿਨੇ ਗੁਰੂ ਦੇ ਨਾਲ ਪ੍ਰੇਮ ਦੀ ਡੋਰੀ ਪਾਈ, ਉਹਨੇ ਗੁਰੂ ਪ੍ਰਮਾਤਮਾ ਵਾਹਿਗੁਰੂ ਜੀਆਂ ਨੂੰ ਆਪਣੇ ਹਿਰਦੇ ਅੰਦਰ ਟਿਕਾ ਲਿਆ। ਸਾਧ ਸੰਗਤ ਜੀ, ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਕਹਿੰਦੀ ਹੈ ਕਿ ਪ੍ਰੇਮ ਦੇ ਨਾਲ ਭਗਤਾਂ ਨੇ ਸਤਿਗੁਰੂ ਜੀਆਂ ਨੂੰ ਆਪਣੇ ਵਸ ਦੇ ਵਿੱਚ ਕਰ ਲਿਆ। ਔਰ ਫਿਰ ਇਹ ਬਚਨ ਆਉਂਦਾ ਹੈ ਕਿ ਜਿਹੜਾ ਪਿਆਰਾ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਹੈ, ਉਹ ਕੇਵਲ ਪ੍ਰੇਮ ਦਾ ਬੱਝਾ ਹੋਇਆ ਹੈ, ਹੋਰ ਕਿਸੇ ਵੀ ਤਰ੍ਹਾਂ ਪ੍ਰਮਾਤਮਾ ਵਾਹਿਗੁਰੂ ਵਸ ਦੇ ਵਿੱਚ ਨਹੀਂ ਆਉਂਦਾ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ, ਵੇਦ ਪੁਰਾਨ ਕਤੇਬ ਕੁਰਾਨ, ਹਸੇਬ ਥਕੇ ਕਰ ਹਾਥ ਨਾ ਆਏ,
पूर्ण प्रेम प्रभाव बिना पत स्यों किन श्री पदमावत पाए। सतगुरु श्री गुरु गोबिंद सिंह साहिब जी महाराज कहंदे साच कहो सुन लेहो सबै जिन प्रेम कियो तिन ही प्रभ पायो। सतगुरु कहंदे उन्हां ने परमात्मा वाहिगुरु जियां नूं पाउणा कीता है जिन्हां दे हिरदे अंदर प्रेम उत्पन्न होवे। सतगुरु कहंदे प्रेम परायण प्रीतम राओ। जिहड़ा परमात्मा वाहिगुरु है ना ਉਹ परमात्मा वाहिगुरु प्रेम दे नाल ही प्राप्त हुंदा है। प्रेम करके ही ऐसे सतगुरु जियां नूं पाया जा सकदा है। केवल वो प्रेम दे नाल ही हिरदे विच प्रकाशमान हुंदा है। प्रेम परायण प्रीतम राओ नदर करे तां बूझे नाओ। फिर ऐसे सतगुरु जी जदों नदर कर देण किरपा दृष्टि पा देण उदों परमात्मा दा नाम जिहड़ा है असीं जान सकदे हां। गुरु कृपा करे साडे हिरदे अंदर प्रेम दा भारी उछाला भारी उमाहा जिहड़ा है वो प्राप्त हो जावे। क्योंकि विण प्रीति सतगुर ना पाईऐ विण प्रीति सतगुर ना पाईऐ सत संगत ना लगे प्यार। गुरु दी प्रीत तो बिना उस सतगुरु जियां नूं पाया नहीं जा सकदा। गुरु दी प्रीत तो बिना उस दी संगत दे नाल साडा प्रेम जिहड़ा है वो नहीं जुड़दा। सतगुरु कहंदे प्रेम दा भारी उमाहड़ा जिहड़ा है उछाला जिहड़ा है जीव हिरदियां दे विच जदों प्राप्त हुंदा है उदों फिर विछड़ियां होयां दी तांग जिहड़ी है वो पता लगदी है कि असीं परमात्मा तो विछड़े हुए हाँ। हुण साडे प्रेम दे अंदर भारी उमाहड़ा है कि परमात्मा वाहिगुरू जियां नूं मिलिया जावे। क्यों मिलिए हर जाए ते किवें उस सतगुरु जी साहिब जियां नूं मिलिया जा सके। क्योंकि साध संगत जदों प्रेम मन दे विच आउंदा है गुरु वास्ते परमेश्वर वास्ते ते उदों बिरहा जिहड़ा है उहदा पता लगदा है कि असीं परमात्मा दे नालों कितने विछड़े होए हाँ। प्रेम होवे जिस नाल उस नूं ना मिलिए ते साडे मन दे विच विचार आवेगी कि असीं उस तों विछड़ चुके हाँ। सतगुरु जी कहंदे ਜਿਹੜੀਆਂ ਜਗਿਆਸੂ रूप इस्त्रियां ਹਨ परमात्मा तो विछड़ियां होइयां सन हुण परमात्मा की सिफत सुनन करके उन्हां दे हिरदे विच प्रेम का भारी उमाहड़ा उछाला पैदा होया है। ते क्यों मिलिए हर जाए ते किवें उस परमात्मा वाहिगुरू जियां नूं जा करके मिलिया जा सके। साध संगत जी एक ते जगਿਆਸੂ जीव इस्त्रियां की हालत यह हुंदी है कि जदों परमात्मा वाहिगुरू जियां दी वडियाई सुनदे समय उन्हां दे मन दे विच वैराग पैदा हुंदा है ते परमात्मा दे नाल जुड़ जांदियां ने। ये साडियां जिंदां जदों परमात्मा दी विचार नूं सुणदियां गुरु दे नाल जुड़ जांदियां ने। पर जदों विचार बंद हो जावे उदों फिर संसार दे कार विहारां दे विच लग करके खचत हो जांदियां ने। दूजे दर्जे वालियां ये जिंदां साडियां ये जीव इस्त्रियां जदों परमात्मा दी विचार सुन लई उन्हों हिरदे विच टिका लिया। हिरदे विच टिका के जदों परमात्मा वाहिगुरू जियां दे प्रेम रूपी वैराग नूं धारण कीता प्रेम उत्पन्न होया। थोड़ा चिर वैराग कीता फिर उन्हों छड्ड दिता। ते तीजे दर्जे वाले वो जगਿਆਸੂ जीव जिहड़े परमात्मा वाहिगुरू जियां नूं पाउण वास्ते दिन रात यतन करते ने दिन रात भजन करते ने ते केवल उन्हां दे हिरदे विच ये विचार हुंदी कदों सतगुरु जी सानू साखियात दर्शन देण कदों वाहिगुरू परमेश्वर जिहड़ा है सानू आण करके दर्शन देवे किवें असीं परमात्मा वाहिगुरू जियां नूं मिल सकीए। जगਿਆਸੂਆਂ दी साध संगत जी हालत यह भी हुंदी है कि वो सोचते ने कि परमात्मा दे सानू दर्शन नींद दे विच ही हो जाण सुपने दे विच ही हो जाण। क्योंकि सुपने आया पी गया मैं जल भरिया रोए आए न सका तुझ कन प्यारे भेज न सका कोए आओ सुभागी नींदड़िए मैं सौ देखा सोए। मैं सतगुरु जी तुहाडे दर्शन करां भावें सुपने मात्र ही मैनू दर्शन होण ते सुख प्राप्त हो जाएगा। साध संगत जी चार प्रकार के दर्शन जिक्र आउंदा है कि पहला दर्शन जिहड़ा है वो है सरवण दर्शन। जिवें आपां परमात्मा की सिफत नूं सुणीए परमात्मा की वडियाई नूं सुणीए और गुरु का पावन इतिहास सुणीए तो सानू पता लगता है
ਕਿ ਭਾਈ ਸਾਡੇ ਇਤਿਹਾਸ ਦੇ ਵਿੱਚ ਇਹ ਕੁਝ ਹੋਇਆ ਹੈ। ਉਹ ਹੈ ਕੰਨਾਂ ਰਾਹੀਂ ਪ੍ਰਮਾਤਮਾ ਦੀ ਵਡਿਆਈ ਗੁਰ ਇਤਿਹਾਸ ਸਰਵਣ ਕਰਕੇ ਸਤਿਗੁਰੂ ਜੀਆਂ ਦੇ ਦਰਸ਼ਨ ਕਰ ਲੈਣੇ। ਫਿਰ ਸਾਧ ਸੰਗਤ ਜੀ ਆਉਂਦਾ ਹੈ ਕਿ ਇੱਕ ਤੇ ਹੋ ਗਿਆ ਸਰਵਣ ਦਰਸ਼ਨ, ਔਰ ਦੂਜੇ ਨੰਬਰ ਤੇ ਚਿੱਤਰ ਦਰਸ਼ਨ। ਚਿੱਤਰ ਦਰਸ਼ਨ ਕਿਸੇ ਗੁਰੂ ਪੈਗੰਬਰ ਦੀ ਤਸਵੀਰ ਨੂੰ ਸੁਣ ਲੈਣਾ, ਦੇਖ ਲੈਣਾ ਕਿ ਇਹ ਚਿੱਤਰ ਸ੍ਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦਾ ਹੈ, ਇਹ ਚਿੱਤਰ ਸਾਹਿਬਜ਼ਾਦਿਆਂ ਦੀ ਮੂਰਤ ਹੈ। ਉਹਨਾਂ ਨੂੰ ਦੇਖ ਕਰਕੇ ਦਰਸ਼ਨ ਹੋ ਜਾਣੇ ਕਿ ਇਹ ਉਹਨਾਂ ਦਾ ਚਿੱਤਰ ਹੈ। ਸਰਵਣ ਦਰਸ਼ਨ, ਚਿੱਤਰ ਦਰਸ਼ਨ, ਤੇ ਫਿਰ ਸਤਿਗੁਰੂ ਜੀ ਕਹਿਣ ਲੱਗੇ ਇੱਕ ਦਰਸ਼ਨ ਉਹ, ਇੱਕ ਤੇ ਹੈ ਸਾਖਿਆਤ ਦਰਸ਼ਨ, ਕਿ ਸਤਿਗੁਰੂ ਜੀਆਂ ਦੇ ਪ੍ਰਤੱਖ ਦਰਸ਼ਨ ਹੋ ਜਾਣੇ ਕਿ ਸਤਿਗੁਰੂ ਜੀ ਸਾਡੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਤੱਖ ਹਨ, ਜਾਗਤ ਸਰੂਪ ਹਨ। ਐਸੇ ਸਤਿਗੁਰੂ ਜੀਆਂ ਦੇ ਪ੍ਰਤੱਖ ਦਰਸ਼ਨ ਹੋ ਜਾਣੇ। ਸਤਿਗੁਰੂ ਜੀ ਕਹਿਣ ਲੱਗੇ, ਹੇ ਭਾਈ, ਪ੍ਰਮਾਤਮਾ ਵਾਹਿਗੁਰੂ ਜੀਆਂ ਨੂੰ ਪਾਉਣ ਦੇ ਵਾਸਤੇ ਕਿਵੇਂ ਮਿਲਿਆ ਜਾ ਸਕੇ, ਕਿਵੇਂ ਉਸ ਪ੍ਰਮਾਤਮਾ ਵਾਹਿਗੁਰੂ ਜੀਆਂ ਦੇ ਦਰਸ਼ਨ ਹੋ ਸਕਣ, ਐਸੀ ਸਤਿਗੁਰੂ ਜੀ ਪਰਿਭਾਸ਼ਾ ਦੇ ਕਰਕੇ ਅੱਗੇ ਕਿਰਪਾ ਕਰਦੇ ਹਨ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਏ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰੇਮ ਦਾ ਉਮਾੜਾ ਆ ਗਿਆ, ਉਛਾਲਾ ਆ ਗਿਆ, ਕਹਿੰਦੇ ਉਹਨਾਂ ਦੇ ਅੰਦਰ ਮਨ ਤਨ ਪਿਆਸ ਦਰਸ਼ਨ ਘਣੀ। ਕਹਿੰਦੇ ਮਨ ਦੇ ਅੰਦਰ ਤਨ ਦੇ ਵਿੱਚ ਜਿਹੜੀ ਪਿਆਸ ਲੱਗੀ ਹੋਈ ਹੈ, ਕਾਹਦੀ ਪਿਆਸ ਜੀ? ਦਰਸ਼ਨ ਘਣੀ, ਕਿ ਪ੍ਰਮਾਤਮਾ ਵਾਹਿਗੁਰੂ ਜੀਆਂ ਦੇ ਦਰਸ਼ਨ ਹੋਣ। ਸਾਧ ਸੰਗਤ ਜੀ, ਕਈ ਜੀਵਾਂ ਨੂੰ ਪਿਆਸ ਕਾਹਦੀ ਲੱਗਦੀ ਹੈ? ਕਈਆਂ ਨੂੰ ਪਿਆਸ ਹੈ ਪਦਾਰਥਾਂ ਦੀ, ਕਈਆਂ ਨੂੰ ਪਿਆਸ ਹੈ ਮਾਇਆ ਦੀ, ਕਈਆਂ ਨੂੰ ਪਿਆਸ ਹੈ ਲੋਭ ਤੇ ਲਾਲਚ ਦੀ, ਸੰਸਾਰ ਦੇ ਵਿੱਚੋਂ ਸਭ ਕੁਝ ਖਟਿਆ ਜਾਵੇ, ਇਹ ਪਿਆਸ ਲੱਗੀ ਹੋਈ ਹੈ। ਪਰ ਜਿਹੜੇ ਪ੍ਰਮਾਤਮਾ ਵਾਹਿਗੁਰੂ ਜੀਆਂ ਦੇ ਭਗਤ ਨੇ, ਪ੍ਰਮਾਤਮਾ ਵਾਸਤੇ ਪ੍ਰੇਮ ਦਾ ਉਮਾਹੜਾ ਉਛਾਲਾ ਪੈਦਾ ਹੁੰਦਾ ਉਹਨਾਂ ਦੇ ਹਿਰਦੇ ਅੰਦਰ, ਤੇ ਉਹਨਾਂ ਦੇ ਫਿਰ ਮਨ ਦੀ ਪਿਆਸ ਹੁੰਦੀ ਕਿ ਪ੍ਰਮਾਤਮਾ ਦੇ ਦਰਸ਼ਨ ਹੋ ਜਾਣ। ਪ੍ਰਮਾਤਮਾ ਵਾਹਿਗੁਰੂ ਜੀ ਸਾਨੂੰ ਦਰਸ਼ਨ ਦੇਣ। ਸਾਧ ਸੰਗਤ ਜੀ, ਆਪਾਂ ਗੁਰਬਾਣੀ ਅੰਦਰ ਪੜ੍ਹਦੇ ਹਾਂ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ। ਸਤਿਗੁਰੂ ਜੀ ਤੇਰੇ ਦਰਸ਼ਨਾਂ ਨੂੰ ਦੇਖ ਦੇਖ ਕਰਕੇ ਜੀਵਾਂ, ਪੂਰਨ ਕਰਮ ਹੋਏ ਪ੍ਰਭ ਮੇਰਾ। ਸਤਿਗੁਰੂ ਇਹ ਮੇਰਾ ਪੂਰਬਲਾ ਕਰਮ ਜਿਹੜਾ ਬਣ ਜਾਵੇ ਕਿ ਮੈਂ ਤੇਰੇ ਦਰਸ਼ਨਾਂ ਨੂੰ ਦੇਖ ਕਰਕੇ ਜੀਵਾਂ। ਸਤਿਗੁਰੂ ਤੇਰੇ ਦਰਸ਼ਨਾਂ ਦੀ ਉਮੰਗ ਆਪਣੇ ਹਿਰਦੇ ਅੰਦਰ ਰੱਖਾਂ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਸਤਿਗੁਰੂ ਜੀ ਸਾਨੂੰ ਆਪਣੇ ਚਰਨਾਂ ਪਾਸ ਰੱਖ ਕਰਕੇ, ਆਪਣੀ ਸ਼ਰਨ ਦੇ ਵਿੱਚ ਰੱਖ ਕਰਕੇ ਆਪਣਾ ਨਾਮ ਦੀ ਦਾਤ ਦੇਵੋ। ਤੁਹਾਡੇ ਨਾਮ ਦੇ ਵਿੱਚੋਂ ਸਾਨੂੰ ਦਰਸ਼ਨ ਹੋ ਜਾਣਗੇ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਏ। ਹੇ ਮੇਰੇ ਸ਼ਾਹ ਸਤਿਗੁਰੂ, ਮੈਂ ਜਦੋਂ ਤੇਰੇ ਦਰਸ਼ਨ ਕਰਦਾ ਹਾਂ ਮੈਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਮੇਰੇ ਸਾਹਾ ਹਰ ਦਰਸ਼ਨ ਸੁਖ ਹੋਏ, ਤੇ ਤੇਰੇ ਦਰਸ਼ਨਾਂ ਦੇ ਵਿੱਚੋਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਹਮਰੀ ਬੇਦਨ ਤੂੰ ਜਾਣਤਾ ਸਾਹਾ। ਸਤਿਗੁਰੂ ਜੀ ਤੁਸੀਂ ਸਾਡੀ ਪੀੜਾ ਨੂੰ, ਸਾਡੇ ਦਿਲ ਦੀ ਜਾਣਨ ਵਾਲੇ ਹੋ। ਅਵਰ ਕਿਆ ਜਾਣੈ ਕੋਏ, ਤੁਹਾਡੇ ਤੋਂ ਬਗੈਰ ਹੋਰ ਕੌਣ ਜਾਣ ਸਕਦਾ ਹੈ ਭਲਾ? ਤੁਹਾਡੇ ਤੋਂ ਬਗੈਰ ਹੋਰ ਕੋਈ ਮੇਰੀ ਇੱਕ ਗੱਲ, ਗੁਹਜ ਗੱਲ ਵੀ ਨਹੀਂ ਜਾਣ ਸਕਦਾ। ਸਤਿਗੁਰੂ ਜੀ ਤੁਹਾਡੇ ਦਰਸ਼ਨਾਂ ਦੇ ਵਿੱਚੋਂ ਸੁਖ ਪ੍ਰਾਪਤ ਹੁੰਦਾ ਹੈ। ਦਰਸ਼ਨ ਤੁਹਾਡੇ ਹੋਣ ਤਾਂ ਮੈਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ। ਕੋਈ ਆਣ ਮਿਲਾਵੇ ਮਾਏ। ਸਤਿਗੁਰੂ ਕੋਈ ਐਸਾ ਆਪ ਜੀਆਂ ਦਾ ਪਿਆਰਾ ਕੋਈ ਆਣ ਮਿਲਾਵੇ। ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ। ਕੋਈ ਤੁਹਾਡੇ ਨਾਲ ਮੈਨੂੰ ਮਿਲਾਵੇ, ਮੈਂ ਉਹਨੂੰ ਆਪਣਾ ਆਪ ਵੇਚ ਦਵਾਂ, ਮੈਂ ਉਹਨੂੰ ਆਪਣਾ ਆਪ ਸਮਰਪਿਤ ਕਰ ਦੇਵਾਂ, ਜਿਹੜਾ ਮੈਨੂੰ ਤੁਹਾਡੇ ਨਾਲ ਆਣ ਕਰਕੇ ਜੋੜਦਾ ਹੈ। ਸਤਿਗੁਰੂ ਕਹਿੰਦੇ ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਸਤਿਗੁਰੂ ਜੀ ਤੁਹਾਡੇ ਨਾਲ ਕੋਈ ਜੋੜ ਨਾ ਕਰੇ, ਮੈਂ ਉਹਨੂੰ ਆਪਣਾ ਆਪ ਸੌਂਪ ਦੇਵਾਂ। ਸੰਤ ਸਹਾਈ ਪ੍ਰੇਮ ਕੇ, ਆਓ ਤਿਨ ਕੈ ਲਾਗਾ ਪਾਏ।
ਸਤਿਗੁਰੂ ਜੀ ਕਹਿਣ ਲੱਗੇ ਕਿ ਪ੍ਰੇਮ ਲਾਉਣ ਦੇ ਵਿੱਚ ਪ੍ਰਮਾਤਮਾ ਵਾਹਿਗੁਰੂ ਜੀਆਂ ਦੇ ਤਤ ਬੇਤੇ ਸੰਤ ਮਹਾਂਪੁਰਸ਼ ਗੁਰੂ ਕੀ ਪਿਆਰੀ ਸੰਗਤ ਸਹਾਇਤਾ ਕਰਦੀ ਹੈ। ਸੰਤ ਸਹਾਈ ਪ੍ਰੇਮ ਕੇ, ਪ੍ਰੇਮ ਲਾਉਣ ਦੇ ਵਿੱਚ ਉਹ ਪ੍ਰਮਾਤਮਾ ਵਾਹਿਗੁਰੂ ਜੀ ਗੁਰੂ ਦੇ ਪਿਆਰੇ ਸੰਤ, ਗੁਰੂ ਦੇ ਪਿਆਰੇ ਸਾਧ ਸਹਾਇਤਾ ਕਰਦੇ ਨੇ। ਹਉ ਤਿਨਕੈ ਲਾਗਾਂ ਪਾਏ, ਸਤਿਗੁਰੂ ਕਹਿੰਦੇ ਐਸੇ ਗੁਰੂ ਦੇ ਪਿਆਰਿਆਂ ਦੇ ਚਰਨੀ ਲੱਗ ਜਾਣਾ ਚਾਹੀਦਾ ਹੈ ਜਿਹੜੇ ਗੁਰੂ ਦੇ ਵਾਸਤੇ ਤੁਹਾਡੇ ਹਿਰਦੇ ਅੰਦਰ ਪ੍ਰੇਮ ਪੈਦਾ ਕਰ ਦੇਣ। ਸਾਧ ਸੰਗਤ ਜੀ, ਸਾਨੂੰ ਸੰਗਤ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਜਿਹੜੇ ਪ੍ਰਮਾਤਮਾ ਦੇ ਨਾਲ ਜੋੜਨ। ਭਗਤ ਕਬੀਰ ਜੀ ਕਹਿੰਦੇ, ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਹੇਤ। ਕਹਿੰਦੇ ਜਦੋਂ ਸਾਧੂ ਦੀ ਸੰਗਤ ਕਰੇਗਾ ਨਾ ਤੇ ਤੇਰੀ ਜ਼ਿੰਦਗੀ ਦੇ ਅੰਦਰ ਦਿਨੋਂ ਦਿਨ ਲਾਭ ਪ੍ਰਾਪਤ ਹੋਵੇਗਾ। ਤੈਨੂੰ ਦਿਨੋਂ ਦਿਨ ਤੇਰੀ ਜ਼ਿੰਦਗੀ ਦੇ ਅੰਦਰ ਤਰੱਕੀ ਹੋਵੇਗੀ ਜੇਕਰ ਤੂੰ ਉਹਨਾਂ ਮਹਾਂਪੁਰਸ਼ਾਂ ਦੀ ਬੰਦਗੀ ਵਾਲਿਆਂ ਦੀ ਸੰਗਤ ਕਰਦਾ ਹੈ। ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਹੇਤ, ਸਾਖਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਕਹਿੰਦੇ ਸਾਖਤ ਦੀ ਸੰਗਤ ਐਸੀ ਹੈ ਜਿਵੇਂ ਇੱਕ ਕਾਲਾ ਕੰਬਲ ਹੋਵੇ, ਉਹਨੂੰ ਜਿੰਨੇ ਮਰਜੀ ਸਾਬਣ ਆਦਿਕ ਲਾ ਕਰਕੇ ਧੋਈ ਜਾਈਏ ਉਹ ਚਿੱਟਾ ਥੋੜੀ ਨਿਕਲ ਆਵੇਗਾ। ਸਾਖਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਕਹਿੰਦੇ ਜੇਕਰ ਤੂੰ ਪ੍ਰਮਾਤਮਾ ਵਾਹਿਗੁਰੂ ਜੀਆਂ ਦੇ ਚਰਨਾਂ ਪਾਸ ਰਹਿਣ ਵਾਲਿਆਂ ਦੀ ਸੰਗਤ ਕਰੇਗਾ ਤੇ ਤੈਨੂੰ ਲਾਭ ਪ੍ਰਾਪਤ ਹੋਏਗਾ। ਕਬੀਰ ਸਾਧੂ ਕੀ ਸੰਗਤ ਰਹੋ, ਜਾਉ ਕੀ ਭੂਸੀ ਖਾਓ, ਹੋਣਹਾਰ ਸੋ ਹੋਏ ਹੈ ਸਾਖਤ ਸੰਗ ਨਾ ਜਾਓ। ਕਹਿੰਦੇ ਉਹਨਾਂ ਸਾਧੂਆਂ ਸੰਤਾਂ ਦੀ ਸੰਗਤ ਵਿੱਚ ਰਹਿਣਾ ਕਰ, ਭਾਵੇਂ ਤੈਨੂੰ ਜੌਂ ਦੀ ਛਿੱਲੜ ਖਾ ਕਰਕੇ ਕਿਉਂ ਨਾ ਗੁਜ਼ਾਰਾ ਕਰਨਾ ਪਵੇ। ਜੌਂ ਕੀ ਭੂਸੀ ਖਾਓ, ਹੋਣਹਾਰ ਸੋ ਹੋਏ ਹੈ ਸਾਖਤ ਸੰਗ ਨਾ ਜਾਓ। ਕਹਿੰਦੇ ਹੋਣਾ ਉਹੀ ਹੈ ਜੋ ਪ੍ਰਮਾਤਮਾ ਵਾਹਿਗੁਰੂ ਚਾਹੁੰਦਾ ਹੈ। ਕਦੇ ਵਾਸਤੇ ਵੀ ਸਾਖਤ ਮਨੁੱਖਾਂ ਦੀ, ਗੁਰੂ ਤੋਂ ਟੁੱਟੇ ਹੋਏ ਬੇਮੁਖ ਜਿਹੜੇ ਲੋਕ ਹਨ ਉਹਨਾਂ ਦੀ ਸੰਗਤ ਨਾ ਕਰੀ। ਸੰਗਤ ਕਰੀ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਸਾਧ ਸੰਗਤ ਜੀ, ਸੰਗਤ ਕਰਨੀ ਕਿਉਂ ਜ਼ਰੂਰੀ ਹੈ? ਭਲਾ ਕੋਈ ਪੁੱਛੇ ਕਿ ਪ੍ਰਮਾਤਮਾ ਦੀ ਭਗਤੀ ਹੀ ਅਸੀਂ ਕਰੀ ਜਾਈਏ, ਸਾਨੂੰ ਸੰਗਤ ਦੀ ਲੋੜ ਹੀ ਨਹੀਂ, ਗੁਰੂ ਘਰ ਆਉਣ ਦੀ ਲੋੜ ਹੀ ਨਹੀਂ। ਸਾਧ ਸੰਗਤ ਜੀ, ਸੰਗਤ ਵਿੱਚ ਆਣ ਕਰਕੇ ਅਹੰਕਾਰ ਦੀ ਮਿੱਟੀ ਜਿਹੜੀ ਹੈ ਉਹ ਉਤਰ ਜਾਂਦੀ ਹੈ। ਜਿਵੇਂ ਇੱਕ ਨਦੀ ਦੇ ਕੰਢੇ ਉੱਪਰ ਦਰਖਤ ਜਿਹੜਾ ਖੜਾ ਹੈ ਨਾ, ਉਹਨੂੰ ਹੋਰ ਪਾਣੀ ਦੀ ਲੋੜ ਨਹੀਂ ਕਿਉਂਕਿ ਉਹ ਪਹਿਲਾਂ ਹੀ ਨਦੀ ਦੇ ਕੰਢੇ ਉੱਪਰ ਹੈ। ਉਹਨੂੰ ਵਰਖਾ ਦੀ ਲੋੜ ਜ਼ਰੂਰ ਹੈ ਕਿਉਂਕਿ ਜੇ ਵਰਖਾ ਨਾ ਪਵੇ ਉਹਦੇ ਪੱਤਿਆਂ ਦੇ ਉੱਪਰ ਗਰਦ ਆਦਿਕ, ਧੂੜ ਆਦਿਕ ਜੰਮ ਜਾਵੇਗੀ। ਜਦੋਂ ਗਰਦ ਧੂੜ ਜੰਮ ਜਾਵੇ ਉਹਦੇ ਪੱਤਿਆਂ ਦਾ ਰੰਗ ਖਰਾਬ ਹੋ ਜਾਵੇਗਾ, ਜਿਹੜੀ ਦਰਖਤ ਦੀ ਬਣਤਰ ਹੈ ਉਹ ਖਰਾਬ ਹੋ ਜਾਵੇਗੀ। ਤੇ ਜਿਹੜੇ ਜਗਿਆਸੂ ਰੂਪ ਜੀਵ ਹਨ, ਪ੍ਰਮਾਤਮਾ ਦੇ ਪਿਆਰੇ ਹਨ, ਉਹਨਾਂ ਨੂੰ ਗੁਰੂ ਸੰਗਤ ਦੀ ਲੋੜ ਤਾਂ ਹੈ। ਗਿਆਨ ਭਾਵੇਂ ਜਿੰਨਾ ਮਰਜੀ ਹੈ, ਗੁਰਬਾਣੀ ਜਿੰਨੀ ਮਰਜੀ ਪੜ੍ਹ ਲੈਣ, ਉਹਨਾਂ ਨੂੰ ਹੋਰ ਗਿਆਨ ਦੀ ਲੋੜ ਨਹੀਂ, ਪਰ ਗੁਰੂ ਕੀ ਸੰਗਤ ਰੂਪੀ ਵਰਖਾ ਦੀ ਲੋੜ ਜ਼ਰੂਰ ਹੈ ਕਿਉਂਕਿ ਗੁਰੂ ਕੀ ਸੰਗਤ ਵਿੱਚ ਆਣ ਕੇ ਅਭਿਮਾਨ ਦੂਰ ਹੁੰਦਾ ਹੈ, ਪਰਮਾਤਮਾ ਦੇ ਨਾਲ ਪ੍ਰੀਤ ਲੱਗਦੀ ਹੈ ਔਰ ਗੁਰੂ ਚਰਨਾਂ ਦੇ ਵਿੱਚ ਸੁਰਤ ਜੁੜਦੀ ਹੈ। ਗੁਰੂ ਦੀ ਸੰਗਤ ਵਿੱਚ ਆਣ ਕਰਕੇ ਮਾਣ ਮਿਟਦਾ ਹੈ। ਇਸ ਕਰਕੇ ਗੁਰੂ ਕੀ ਸੰਗਤ ਜ਼ਰੂਰੀ ਹੈ। ਗੁਰੂ ਕੀ ਸੰਗਤ ਦੇ ਵਿੱਚੋਂ ਸਭ ਕੁਝ ਪ੍ਰਾਪਤ ਹੁੰਦਾ। ਸਤਿਗੁਰੂ ਜੀ ਕਹਿੰਦੇ, ਸੰਤ ਸਹਾਈ ਪ੍ਰੇਮ ਕੇ ਹਉ ਤਿਨਕੈ ਲਾਗਾਂ ਪਾਏ। ਉਹਨਾਂ ਦੇ ਚਰਨਾਂ ਦੇ ਨਾਲ ਲੱਗਣਾ ਚਾਹੀਦਾ ਭਾਈ, ਜਿਹੜੇ ਗੁਰੂ ਚਰਨਾਂ ਦੇ ਨਾਲ ਤੁਹਾਨੂੰ ਜੋੜ ਦੇਣ। ਵੇਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਸਤਿਗੁਰੂ ਜੀ ਕਹਿਣ ਲੱਗੇ, ਪ੍ਰਮਾਤਮਾ ਤੋਂ ਬਿਨਾ ਕਿਵੇਂ ਸੁਖ ਪ੍ਰਾਪਤ ਹੋਵੇ? ਕਿਉਂਕਿ ਪਰਿਪੂਰਨ ਪ੍ਰਮਾਤਮਾ ਹੀ ਹੈ ਜਿਹੜਾ ਸੁੱਖਾਂ ਦਾ ਖਜ਼ਾਨਾ ਹੈ। ਸੁੱਖ ਵੀ ਦੇਣ ਵਾਲਾ, ਦੁੱਖ ਵੀ ਦੇਣ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਜੀ ਹੀ ਹੈ। ਵਿਣ ਪ੍ਰਭ ਕਿਉਂ ਸੁਖ ਪਾਈਐ? ਪਰਮਾਤਮਾ ਤੋਂ ਵਿਛੜ ਕਰਕੇ ਅਸੀਂ ਜੀਵ ਕਿਵੇਂ ਸੁਖ ਪ੍ਰਾਪਤ ਕਰ ਸਕਦੇ ਹਾਂ? ਦੂਜੀ ਨਾਹੀਂ ਜਾਏ, ਹੋਰ ਕੋਈ ਥਾਂ ਨਹੀਂ ਜਿੱਥੇ ਜਾ ਕਰਕੇ ਆਪਣੀ ਪੀੜਾ, ਜਿੱਥੇ ਜਾ ਕਰਕੇ ਆਪਣੀ ਆਸ ਰੱਖੀਏ। ਸਤਿਗੁਰੂ ਕਹਿੰਦੇ, ਪਰਮੇਸ਼ਰ ਨੂੰ ਜਿਹੜਾ ਜੀਵ ਵਿਸਾਰ ਦਿੰਦਾ ਹੈ ਉਹਨੂੰ ਕਿਤੇੋਂ ਵੀ ਸੁਖ ਪ੍ਰਾਪਤ ਨਹੀਂ ਹੁੰਦਾ।
ਕਿਤਿਓਂ ਵੀ ਉਹ ਸੁੱਖਾਂ ਦੇ ਨਿਧਾਨ ਨੂੰ ਪ੍ਰਾਪਤ ਨਹੀਂ ਕਰ ਸਕਦਾ। ਦੂਜੀ ਨਾਹੀ ਜਾਏ, ਹੋਰ ਕੋਈ ਦੂਜੀ ਥਾਂ ਨਹੀਂ ਜਿੱਥੇ ਜਾ ਕੇ ਭਾਈ ਸੁੱਖ ਪ੍ਰਾਪਤ ਹੁੰਦਾ ਹੋਵੇ, ਕਿਉਂਕਿ ਸਤਿਗੁਰੂ ਜੀ ਕਹਿੰਦੇ ਹੋਰ ਸੰਸਾਰ ਦੇ ਵਿੱਚ ਕੁਝ ਐਸਾ ਨਹੀਂ ਜਿੱਥੋਂ ਤੈਨੂੰ ਸੁੱਖ ਪ੍ਰਾਪਤ ਹੋਣ। ਤੂੰ ਪ੍ਰਮਾਤਮਾ ਨੂੰ ਭੁੱਲ ਜਾਵੇਂ ਤੇ ਸਤਿਗੁਰੂ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਸਤਿਗੁਰ ਕਹਿੰਦੇ ਤੈਨੂੰ ਤੇ ਜਨਮਾਂ ਜਨਮਾਂ ਦੇ ਵਿਜੋਗ ਵਿਛੋੜੇ ਲੱਗ ਜਾਣਗੇ, ਤੂੰ ਪ੍ਰਮਾਤਮਾ ਨੂੰ ਵਿਸਾਰੇਂਗਾ ਤੇ ਹੋਰ ਕੋਈ ਦੂਜੀ ਜਗ੍ਹਾ ਨਹੀਂ ਜਿੱਥੋਂ ਤੈਨੂੰ ਸੁੱਖ ਪ੍ਰਾਪਤ ਹੋਵੇ। ਸਤਿਗੁਰ ਕਹਿੰਦੇ ਸੁਖ ਨਾਹੀ ਬਹੁਤੇ ਧਨ ਖਾਟੈ, ਸੁਖ ਨਾਹੀ ਪੇਖੈ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਸਾਰੇ ਸੁੱਖ ਜਿਹੜੇ ਹਨ ਉਹ ਪ੍ਰਮਾਤਮਾ ਵਾਹਿਗੁਰੂ ਜੀਆਂ ਨੂੰ ਗੁਣ ਦੇ ਗਾਉਣ ਵਾਸਤੇ, ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣ ਵਾਸਤੇ ਔਰ ਪ੍ਰਮਾਤਮਾ ਦੇ ਗੁਣ ਗਾ ਕਰਕੇ ਤੈਨੂੰ ਪ੍ਰਾਪਤ ਹੋਣਗੇ। ਦੂਜੀ ਨਾਹੀ ਜਾਏ, ਜਿੱਥੇ ਮਰਜੀ ਭੜ ਕਰਕੇ ਦੇਖ ਲੈ, ਸਤਿਗੁਰੂ ਜੀਆਂ ਦੀ ਸ਼ਰਨ ਵਿੱਚੋਂ ਤੈਨੂੰ ਸੁੱਖ ਪ੍ਰਾਪਤ ਹੋਣਗੇ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਗਾਏ। ਸਤਿਗੁਰੂ ਜੀ ਕਹਿਣ ਲੱਗੇ ਜਿਨ੍ਹਾਂ ਨੇ ਪ੍ਰੇਮ ਦਾ ਰਸ ਮਾਣ ਲਿਆ ਹੈ ਭਾਈ, ਉਹ ਸੰਸਾਰ ਦੇ ਵਿੱਚ ਤ੍ਰਿਪਤ ਹੋ ਗਏ ਨੇ। ਜਿਨ੍ਹਾਂ ਸੱਚ ਰੂਪੀ ਭੋਜਨ ਜਿਹੜਾ ਪ੍ਰਮਾਤਮਾ ਦਾ ਨਾਮ ਚੱਖ ਲਿਆ ਹੈ, ਉਹ ਸਤਿਗੁਰੂ ਜੀ ਕਹਿੰਦੇ ਤ੍ਰਿਪਤ ਹੋ ਗਏ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਐਸਾ ਪ੍ਰਮਾਤਮਾ ਵਾਹਿਗੁਰੂ ਜੀਆਂ ਦੇ ਨਾਮ ਦਾ ਭੋਜਨ ਹੈ ਜਿਹਨੂੰ ਜੀਵ ਚੱਖ ਕਰਕੇ ਤ੍ਰਿਪਤ ਹੋ ਜਾਂਦੇ ਨੇ। ਤੇ ਐਸਾ ਵਾਹਿਗੁਰੂ ਜੀਆਂ ਦਾ ਪ੍ਰੇਮ ਰਸ ਹੈ ਜਿਹੜੇ ਸਭਨਾ ਰਸਾਂ ਨੂੰ ਫਿੱਕਾ ਪਾ ਦਿੰਦਾ ਹੈ। ਸਤਿਗੁਰੂ ਕਹਿੰਦੇ ਐਸੇ ਪ੍ਰਮਾਤਮਾ ਦੇ ਨਾਲ ਪ੍ਰੇਮ ਪਾ, ਸੰਸਾਰ ਦੇ ਵਿੱਚੋਂ ਤ੍ਰਿਪਤ ਹੋ ਜਾਵੇਂਗਾ। ਆਪ ਤਿਆਗ ਬੇਨਤੀ ਕਰੈ, ਲਿਹੋ ਪ੍ਰਭੂ ਲੜ ਲਾਏ। ਫਿਰ ਆਪਾ ਭਾਗ ਤਿਆਗ ਕਰਕੇ ਸਤਿਗੁਰੂ ਜੀਆਂ ਦੇ ਚਰਨਾਂ ਪਾਸ ਬੇਨਤੀ ਕਰ, ਸਤਿਗੁਰੂ ਜੀ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ, ਸਤਿਗੁਰੂ ਜੀ ਮੈਨੂੰ ਆਪਣੇ ਲੜ ਲਾ ਲਵੋ। ਜਦੋਂ ਆਪਾ ਭਾਗ ਤਿਆਗ ਕਰਕੇ ਹਉਮੈ ਦੂਰ ਕਰਕੇ ਔਰ ਸਤਿਗੁਰੂ ਜੀਆਂ ਨੂੰ ਤਾਨ ਮਨ ਧਨ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ, ਤਾਂ ਗੁਰੂ ਆਪਣੇ ਚਰਨਾਂ ਦੇ ਨਾਲ ਲਾ ਲੈਂਦਾ ਹੈ। ਸਤਿਗੁਰੂ ਕਹਿੰਦੇ ਹਉਮੈ ਭਾਵ ਗਵਾ ਤੇ ਇਹ ਅਰਦਾਸ ਕਰ, ਸਤਿਗੁਰੂ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ, ਮੈਨੂੰ ਆਪਣੇ ਨਾਲ ਲਾ ਲਵੋ, ਤਾਂ ਕਿ ਮੈਂ ਸੰਸਾਰ ਦੇ ਵਿੱਚੋਂ ਪਾਰ ਹੋ ਸਕਾਂ। ਜੋ ਹਰ ਕੰਤ ਮਿਲਾਈਆ, ਸੇ ਵਿਛੜ ਕਤਹਿ ਨਾ ਜਾਏ। ਪਰਮਾਤਮਾ ਵਾਹਿਗੁਰੂ ਜਿਨ੍ਹਾਂ ਜੀਵ ਜਿੰਦਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਨਾ ਸਾਧ ਸੰਗਤ ਜੀ, ਸੇ ਵਿਛੜ ਕਤੇ ਨਾ ਜਾਏ। ਉਹ ਫਿਰ ਜੀਵ ਜਿੰਦਾਂ ਜਿਹੜੀਆਂ ਹਨ, ਉਹ ਜੀਵ ਜਿਹੜੇ ਹਨ ਕਦੇ ਵੀ ਵਿਛੜਦੇ ਨਹੀਂ ਪਰਮਾਤਮਾ ਦੇ ਕੋਲੋਂ, ਨਾ ਫਿਰ ਪਰਮਾਤਮਾ ਉਹਨਾਂ ਨੂੰ ਵਿਸਾਰਦਾ ਹੈ। ਜਦੋਂ ਗੁਰੂ ਕਿਰਪਾ ਕਰੇ, ਸਤਿਗੁਰੂ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੇ, ਸਤਿਗੁਰੂ ਫਿਰ ਕਦੇ ਵਾਸਤੇ ਵੀ ਵਿਛੜਨ ਨਹੀਂ ਦਿੰਦਾ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਣ ਆਏ। ਪਰਮਾਤਮਾ ਵਾਹਿਗੁਰੂ ਜੀਆਂ ਤੋਂ ਹੋਰ ਦੂਜਾ ਕੋਈ ਵੀ ਨਹੀਂ ਜਿਹੜਾ ਸਾਡੀ ਰੱਖਿਆ ਕਰੇ। ਕਿਉਂਕਿ ਆਪਾਂ ਗੁਰਬਾਣੀ ਅੰਦਰ ਪੜ੍ਹਦੇ ਹਾਂ, ਆਓ ਬੜੇ ਪ੍ਰੇਮ ਸਹਿਬ ਪੜ੍ਹੀਏ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਪ੍ਰਭ ਵਿਣ ਦੂਜਾ ਕੋ ਨਹੀਂ, ਹੋਰ ਕੋਈ ਵੀ ਦੂਜਾ ਨਹੀਂ, ਮੇਰਾ ਇੱਕ ਹੀ ਵਾਹਿਗੁਰੂ ਪਰਮੇਸ਼ਰ ਹੈ। ਨਾਨਕ ਹਰ ਸਰਣ ਆਇਓ, ਉਸ ਪ੍ਰਮਾਤਮਾ ਵਾਹਿਗੁਰੂ ਜੀਆਂ ਦੀ ਸ਼ਰਨ ਦੇ ਵਿੱਚ ਰਹਿਣਾ ਚਾਹੀਦਾ ਹੈ। ਸਤਿਗੁਰੂ ਜੀ ਬਰਕਤਾਂ ਦਿੰਦੇ ਹੋਏ ਇਸ ਪਾਵਨ ਪਵਿੱਤਰ ਮਹੀਨੇ ਦਾ ਉਪਦੇਸ਼ ਦੇ ਕਰਕੇ ਸਾਨੂੰ ਸਬਦਾਂ ਨੂੰ ਸਮਝਾਉਣਾ ਕਰ ਰਹੇ ਹਨ। ਅਸੂ ਸੁਖੀ ਵਸੰਦੀਆ, ਜਿਨਾ ਮਇਆ ਹਰ ਰਾਏ। ਸਤਿਗੁਰੂ ਜੀ ਕਹਿਣ ਲੱਗੇ ਅਸੂ ਦੇ ਵਿੱਚ, ਇਸ ਮਹੀਨੇ ਦੇ ਵਿੱਚ ਉਹ ਜੀਵ ਸੁਖੀ ਵਸਦੇ ਹਨ ਜਿਨ੍ਹਾਂ ਮਇਆ ਹਰ ਰਾਏ,
ਜਿਨ੍ਹਾਂ ਉੱਪਰ ਗੁਰੂ ਕਿਰਪਾ ਕਰ ਰਵੇ, ਆਪਣਾ ਤਰਸ ਕਰ ਰਵੇ, ਉਹ ਸਤਿਗੁਰੂ ਜੀ ਕਹਿਣ ਲੱਗੇ ਸੰਸਾਰ ਦੇ ਵਿੱਚ ਸੁਖੀ ਵਸਦੇ ਨੇ। ਔਰ ਇਸ ਪਾਵਨ ਪਵਿੱਤਰ ਮਹੀਨੇ ਦਾ ਉਪਦੇਸ਼ ਇਹੀ ਹੈ ਭਾਈ, ਸਤਿਗੁਰੂ ਜੀਆਂ ਦੇ ਚਰਨਾਂ ਦੇ ਨਾਲ ਜੁੜ, ਪਰਮਾਤਮਾ ਵਾਸਤੇ ਆਪਣੇ ਪ੍ਰੇਮ ਨੂੰ ਲਾਉਣਾ ਕਰ, ਔਰ ਗੁਰੂ ਵਾਸਤੇ ਆਪਣਾ ਪ੍ਰੇਮ ਉਤਪੰਨ ਕਰੇਗਾ, ਗੁਰੂ ਕੀ ਸੰਗਤ ਕਰੇਗਾ, ਸੰਸਾਰ ਭਵਜਲ ਦੇ ਵਿੱਚੋਂ ਪਾਰ ਹੋਵੇਗਾ। ਇਸ ਪਾਵਨ ਪਵਿੱਤਰ ਮਹੀਨੇ ਦੀ ਵਿਚਾਰ ਕਰਦਿਆਂ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰੂ ਜੀ ਬਖਸ਼ਣਯੋਗ ਨੇ, ਬਖਸ਼ ਲੈਣ। ਅੱਜ ਇੱਕ ਦਿਹਾੜਾ ਸਾਧ ਸੰਗਤ ਜੀ ਹੋਰ ਵੀ ਹੈ, ਕਿਉਂਕਿ ਸਮਾਂ ਆਪਣੇ ਕੋਲ ਥੋੜਾ ਹੁੰਦਾ ਹੈ ਤੇ ਕੇਵਲ ਇੱਕ ਹੀ ਵਿਸ਼ੇ ਤੇ ਗੱਲ ਹੋ ਸਕਦੀ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਗੁਰਤਾ ਗੱਦੀ ਦਿਵਸ ਅੱਜ ਦੇ ਦਿਨ ਸੰਸਾਰ ਦੇ ਵਿੱਚ ਮਨਾਇਆ ਜਾਵੇਗਾ। ਔਰ ਸਤਿਗੁਰੂ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਤਖਤ ਦੇ ਉੱਪਰ ਬੈਠ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਗੁਰਤਾ ਗੱਦੀ ਦੇ 5ਵੇਂ ਵਾਰਸ ਮਦੇ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਤੋਂ ਲੈ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਤੱਕ ਇੱਕ ਹੀ ਜੋਤ ਹੈ। ਸਿਰਫ ਕਾਇਆ ਦੀ ਅਲਟਾ ਪਲਟੀ ਹੋ ਰਹੀ ਹੈ। ਤਰਣ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਾਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਪਟਨਾਲ ਜੀ ਕਹਿੰਦੇ ਕਿ ਗੁਰੂ ਅੰਦਰ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਅੰਦਰ ਕਿਸੇ ਪ੍ਰਕਾਰ ਦੀ ਕੋਈ ਵੀ ਭਿੰਨਤਾ ਨਹੀਂ। ਪਰਮੇਸ਼ਰ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੱਕ ਹਨ, ਪ੍ਰਤੱਖ ਹਨ। ਕਲਯੁਗ ਕੇ ਜਹਾਜ਼, ਕਲਯੁਗ ਕੇ ਬੋਹਿਤ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਬਚਪਨ ਦੇ ਵਿੱਚ ਹੀ ਬਚਨ ਕਰ ਦਿੱਤੇ ਸਨ, ਦੋਹਿਤਾ ਗੁਰਬਾਣੀ ਕਾ ਬੋਹਿਤਾ, ਕਿ ਵੱਡਾ ਹੋ ਕਰਕੇ ਵੱਡੀ ਗੁਰਬਾਣੀ ਰਚਨੇ ਨੂੰ ਕਰੇਗਾ ਔਰ ਤਖਤ ਦਾ ਮਾਲਕ ਹੋਵੇਗਾ। ਸਤਿਗੁਰੂ ਜੀ ਕਿਰਪਾ ਕਰਨ। ਢੇਰ ਸਾਰੀਆਂ ਖੁਸ਼ੀਆਂ ਇਸ ਮਹੀਨੇ ਵਿੱਚ ਆਪ ਸਰਬੱਤ ਸੰਗਤਾਂ ਨੂੰ ਸਤਿਗੁਰੂ ਜੀ ਬਖਸ਼ਣ। ਆਓ ਭੁੱਲਾਂ ਨਾ ਚਿਤਾਰਿਓ, ਭੁੱਲਾਂ ਬਖਸ਼ਦੇ ਹੋਏ ਆਸੀਸ ਦਿੰਦਿਆਂ ਹੋਇਆਂ ਬੜੇ ਪ੍ਰੇਮ ਸਹਿਤ ਉਚਾਰਨ ਕਰੋ ਜੀ। ਔਰ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਆਪਾਂ ਸਮਾਪਤੀ ਕਰੀਏ ਜੀ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਏ। ਅਸੋ ਸੁਖੀ ਵਸੰਦੀਆ, ਜਿਨਾ ਮਿਆ ਹਰਿ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।